परम सत्कारयोग गुरु रूप गुरु खालसा साध संगत जी। अज सरवरे कै नाथ समुची मनुखता दे रहबर अवतार निरंकार दा अवतार आप नारायण कला धार जग में परवरियो। पार ब्रह्म परमेश्वर स्वरूप धन धन साहिब श्री गुरु नानक देव महाराज जी दी वड्डी भैन बेबे नानकी दा जन्म दिहाड़ा है, उन्हां दा प्रकाश दिहाड़ा है। बेबे नानकी धन गुरु नानक देव महाराज तो 5 साल वड्डी सी। गुरु नानक देव महाराज दे प्रकाश दिहाड़े तो सारी संगत तकरीबन भली भांत जाणू है। 15 अप्रैल 1469 ਨੂੰ ਮਹਾਰਾਜ ਦਾ ਪ੍ਰਕਾਸ਼ ਹੋਇਆ, ਕੱਤਕ ਦੀ ਪੂਰਨਮਾਸ਼ੀ ਨੂੰ। ਪਰ ਅੱਜ ਬੇਬੇ ਨਾਨਕੀ ਦਾ ਜਨਮ ਦਿਹਾੜਾ ਹੈ। ਉਹਨਾਂ ਦੇ ਜਨਮ ਬਾਰੇ ਆਪਾਂ ਕੁਝ ਵਿਚਾਰ ਕਰਾਂਗੇ। ਬੇਬੇ ਨਾਨਕੀ ਦਾ ਜਿਹੜਾ ਪ੍ਰਕਾਸ਼ ਹੁੰਦਾ ਹੈ, ਜਨਮ ਹੁੰਦਾ ਹੈ 2 ਅਪ੍ਰੈਲ 1464। ਅੱਜ 2 ਅਪ੍ਰੈਲ ਹੈ। 1464 ਵਿੱਚ ਬੇਬੇ ਨਾਨਕੀ ਦਾ ਜਨਮ ਹੋਇਆ। ਪਿਤਾ ਕਲਿਆਣ ਦਾਸ ਜੀ ਦੇ ਘਰ ਮਾਤਾ ਤ੍ਰਿਪਤਾ ਦੀ ਪਾਵਨ ਕੁੱਖ ਤੋਂ 2 ਅਪ੍ਰੈਲ 1464 ਵਿੱਚ ਬੇਬੇ ਨਾਨਕੀ ਦੀ ਆਮਦ ਹੋਈ ਹੈ। ਕਿੱਥੇ ਹੋਇਆ ਜਨਮ ਬੇਬੇ ਨਾਨਕੀ ਦਾ? ਨਾਨਕੇ ਘਰ। ਨਾਨਕਾ ਘਰ ਕਿਹੜਾ ਹੈ? ਕਿਹੜਾ ਪਿੰਡ ਸੀ ਉਹ? ਪਿੰਡ ਚਾਹਿਲ ਪੈਂਦਾ ਸਾਧ ਸੰਗਤ ਜੀ। ਇਹ ਜਿਹੜਾ ਪਿੰਡ ਹੈ ਲਾਹੌਰ ਛਾਉਣੀ ਤੋਂ 8 ਮੀਲ ਦੱਖਣ ਪੂਰਬ ਵੱਲ ਹੈ। ਪਿੰਡ ਚਾਹਿਲ ਨਾਨਕੇ ਘਰ ਵਿੱਚ ਬੇਬੇ ਨਾਨਕੀ ਦਾ ਜਿਹੜਾ ਪ੍ਰਕਾਸ਼ ਹੋਇਆ, ਜਨਮ ਹੋਇਆ। ਨਾਨਕੇ ਘਰ ਹੋਈ, ਵਿਦਵਾਨਾਂ ਦਾ ਕਹਿਣਾ ਹੈ, ਤਾਂ ਕਰਕੇ ਇਹਨਾਂ ਦਾ ਨਾਂ ਨਾਨਕੀ ਰੱਖਿਆ ਗਿਆ। ਬੇਬੇ ਨਾਨਕੀ। ਬੇਬੇ ਆਪਾਂ ਸ਼ਬਦ ਤਾਂ ਲਾਉਂਦੇ ਹਾਂ ਕਿਉਂਕਿ ਬੇਬੇ ਦੇ ਅਰਥ ਨੇ ਭੈਣ। ਗੁਰੂ ਨਾਨਕ ਦੇਵ ਮਹਾਰਾਜ ਦੀ ਭੈਣ। ਗੁਰੂ ਨਾਨਕ ਦੇਵ ਮਹਾਰਾਜ ਜੀ ਬੇਬੇ ਨਾਨਕੀ ਬੇਬੇ ਕਹਿੰਦੇ ਹੁੰਦੇ ਸੀ। ਨਾਨਕੀ ਉਹਨਾਂ ਦਾ ਨਾਮ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਬੁਲਾਉਂਦੇ ਬੇਬੇ ਜੀ ਕਹਿ ਕੇ ਬੁਲਾਉਂਦੇ। ਇਸ ਕਰਕੇ ਇਤਿਹਾਸ ਵਿੱਚ ਜਦੋਂ ਵੀ ਨਾਂ ਲਿਆ ਜਾਂਦਾ ਗੁਰੂ ਨਾਨਕ ਦੇਵ ਮਹਾਰਾਜ ਦੀ ਭੈਣ ਦਾ, ਫਿਰ ਬੇਬੇ ਨਾਨਕੀ ਕਰਕੇ ਲਿਆ ਜਾਂਦਾ ਹੈ। ਬੇਬੇ ਨਾਨਕੀ। ਮਾਤਾ ਨਾਨਕੀ ਵੀ ਹੋਈ ਹੈ। ਉਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਮਾਤਾ ਹੋਈ ਹੈ। 6ਵੇਂ ਪਾਤਸ਼ਾਹ ਦੀ ਮਹਿਲ ਬੇਬੇ ਨਾਨਕੀ। 10ਵੇਂ ਪਾਤਸ਼ਾਹ ਦੀ ਦਾਦੀ ਬੇਬੇ ਨਾਨਕੀ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਉਹਨਾਂ ਦੀ ਪੜਦਾਦੀ ਬੇਬੇ ਨਾਨਕੀ। ਗੁਰੂ ਤੇਗ ਬਹਾਦਰ ਮਹਾਰਾਜ ਦੀ ਮਾਤਾ।
ਪਰ ਜਦੋਂ ਬੇਬੇ ਨਾਨਕੀ ਆਏਗਾ, ਫਿਰ ਗੁਰੂ ਨਾਨਕ ਦੇਵ ਮਹਾਰਾਜ ਦੀ ਭੈਣ ਦੇ ਪ੍ਰਥਾਏ ਸ਼ਬਦ ਆਵੇਗਾ, ਬੇਬੇ ਨਾਨਕੀ। ਸੋ ਅੱਜ ਬੇਬੇ ਨਾਨਕੀ ਦਾ ਜਨਮ ਦਿਹਾੜਾ ਹੈ। ਆਪਾਂ ਥੋੜ੍ਹੀ ਜਿਹੀ ਵਿਚਾਰ ਉਹਨਾਂ ਦੇ ਜਨਮ 'ਤੇ ਕਰਕੇ ਆਪਣੇ ਸਮੇਂ ਨੂੰ ਸਫਲਾ ਬਣਾਈਏ। ਸੋ ਸਾਧ ਸੰਗਤ ਜੀ, 5 ਸਾਲ ਬਾਅਦ ਫਿਰ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਮ ਵੀ ਬੇਬੇ ਨਾਨਕੀ ਨਾਲ ਮਿਲਦਾ ਹੈ। ਨਾਨਕ ਨਾਨਕੀ, ਨਾਨਕੀ ਭੈਣ ਹੈ। ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਮਾਲਕ ਪਾਰ ਬ੍ਰਹਮ ਪਰਮੇਸ਼ਰ ਨੇ। ਸਾਧ ਸੰਗਤ ਜੀ ਦੇਖੋ, ਕਿੱਡੀ ਮਹਾਨ ਸ਼ਖਸੀਅਤ ਹੈ ਬੇਬੇ ਨਾਨਕੀ, ਜਿਹਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਪ ਖਿਡਾਇਆ, ਆਪਣੀ ਗੋਦ ਵਿੱਚ ਬਿਠਾ ਕੇ ਖਿਡਾਇਆ, ਜਿਹਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਕੁੱਛੜ ਚੁੱਕ ਕੇ ਖਿਡਾਇਆ। ਅਕਸਰ ਘਰਾਂ ਵਿੱਚ ਵੇਖੀਦਾ, ਵੱਡੀਆਂ ਬੇਟੀਆਂ ਹੁੰਦੀਆਂ ਨੇ, ਛੋਟੇ ਵੀਰੇ ਨੂੰ ਕੁੱਛੜ ਚੁੱਕੀ ਫਿਰਦੀਆਂ ਨੇ, ਖਿਡਾਉਂਦੀਆਂ ਨੇ। ਬੇਬੇ ਨਾਨਕੀ ਨੇ ਕੁੱਛੜ ਚੁੱਕ ਕੇ ਖਿਡਾਇਆ ਗੁਰੂ ਨਾਨਕ ਦੇਵ ਮਹਾਰਾਜ ਨੂੰ। ਬੇਬੇ ਨਾਨਕੀ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਉਂਗਲ ਫੜ ਕੇ ਚੱਲਣਾ ਸਿਖਾਇਆ। ਬੇਬੇ ਨਾਨਕੀ ਭੋਜਨ ਕਰਦੀ ਆਪਣੇ ਵੀਰੇ ਨਾਲ ਬੈਠ ਕੇ, ਪ੍ਰਸ਼ਾਦਾ ਛਕਦੀ। ਬੇਬੇ ਨਾਨਕੀ ਦਾ ਪਿਆਰ ਹੀ ਇੰਨਾ ਜ਼ਿਆਦਾ ਸੀ ਜਿਵੇਂ ਕਿ ਸਾਧ ਸੰਗਤ ਜੀ ਭਗਤ ਤੇ ਪਰਮਾਤਮਾ ਦਾ ਪਿਆਰ ਹੁੰਦਾ। ਤੇ ਸਾਧ ਸੰਗਤ ਜੀ ਇੰਨਾ ਜ਼ਿਆਦਾ ਪ੍ਰੇਮ ਸੀ ਗੁਰੂ ਨਾਨਕ ਦੇਵ ਮਹਾਰਾਜ। ਗੁਰੂ ਨਾਨਕ ਦੇਵ ਮਹਾਰਾਜ ਨੂੰ ਸਮਝਣ ਵਾਲਾ ਪਹਿਲਾ ਸਿੱਖ ਹੀ ਬੇਬੇ ਨਾਨਕੀ ਹੈ, ਗੁਰੂ ਨਾਨਕ ਦੀ ਭੈਣ, ਜਿਹੜੀ ਸਮਝ ਗਈ ਮੇਰਾ ਵੀਰਾ ਆਮ ਮਨੁੱਖ ਨਹੀਂ ਹੈ, ਆਮ ਕੋਈ ਆਦਮੀ ਨਹੀਂ ਹੈ, ਇਹ ਤਾਂ ਆਪ ਅਕਾਲ ਪੁਰਖ ਵਾਹਿਗੁਰੂ ਰੱਬੀ ਅਵਤਾਰ ਹੈ, ਜਿਹਦੀ ਬਾਬਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਵੀ ਉਪਦੇਸ਼ ਹੈ। ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਆਪ ਹੀ ਸੀ ਗੁਰੂ ਨਾਨਕ ਜਗਤ ਦੇ ਮਾਲਕ। ਸੋ ਬੇਬੇ ਨਾਨਕੀ ਨੇ ਸਾਰਾ ਬਚਪਨਾ ਗੁਰੂ ਨਾਨਕ ਦੇਵ ਮਹਾਰਾਜ ਦਾ ਜੋ ਬਾਲ ਲੀਲਾ, ਉਹ ਬੇਬੇ ਨਾਨਕੀ ਨੇ ਆਪਣੀ ਅੱਖਾਂ ਨਾਲ ਦੇਖਿਆ ਤੇ ਖਿਡਾਇਆ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ। ਫਿਰ ਛੋਟੀ ਜਿਹੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਬੜੇ ਕੌਤਕ ਕੀਤੇ। ਜਿਵੇਂ ਆਏ ਮੰਗਤੇ ਨੂੰ ਕੁਛ ਨਾ ਕੁਛ ਦੇ ਦੇਣਾ, ਭਾਵੇਂ ਬਰਤਨ ਹੀ ਦੇਣਾ ਪਵੇ ਉਹਨੂੰ, ਬਰਤਨ ਤੱਕ ਦੇ ਦਿੰਦੇ। ਪਿਤਾ ਜੀ ਮਾਤਾ ਜੀ ਗੁੱਸੇ ਹੁੰਦੇ, ਬੇਬੇ ਨਾਨਕੀ ਕਹਿੰਦੀ ਕੁਛ ਨਹੀਂ ਹੋਇਆ, ਨਾਲ ਖੜਦੀ ਰਹੀ ਹੈ ਬੇਬੇ ਨਾਨਕੀ। ਕਦੀ ਬਸਤਰ ਕਦੀ ਬਰਤਨ। ਇੱਕ ਦਿਨ ਮਹਾਰਾਜ ਇਸ਼ਨਾਨ ਕਰਨ ਗਏ, ਜਿਹੜਾ ਬਰਤਨ ਸੀ ਹੱਥ ਦੇ ਵਿੱਚ ਗੜਵਾ ਉਹ ਵੀ ਦੇ ਆਏ। ਇੱਕ ਅੰਗੂਠੀ ਸੀ ਮਹਾਰਾਜ ਦੇ ਹੱਥ ਵਿੱਚ ਬੜੀ ਕੀਮਤੀ, ਉਹ ਵੀ ਮਹਾਰਾਜ ਦੇ ਆਏ। ਲੈ ਤੈਨੂੰ ਇਹਦੀ ਵੀ ਲੋੜ ਹੋਣੀ, ਇਹ ਵੀ ਤੂੰ ਹੀ ਰੱਖ ਲੈ। ਜਦੋਂ ਪਿਤਾ ਜੀ ਖਫਾ ਹੁੰਦੇ, ਮਾਤਾ ਜੀ ਨਾਰਾਜ਼ ਹੁੰਦੇ, ਤਾਂ ਬੇਬੇ ਨਾਨਕੀ ਅੱਗੇ ਆ ਜਾਂਦੀ, ਸਮਝਾਉਂਦੀ ਇਹ ਤਾਂ ਜਗਤ ਦਾ ਮਾਲਕ ਹੈ, ਇਹਦੇ ਤੇ ਖਫਾ ਕਿਉਂ ਹੁੰਦੇ। ਜਦੋਂ ਵੀ ਕੋਈ ਐਵੇਂ ਦੀ ਵਾਰਤਾ ਹੁੰਦੀ, ਬੇਬੇ ਨਾਨਕੀ ਫਿਰ ਸਮਝਾਉਂਦੀ ਆਪਣੇ ਪਿਤਾ ਨੂੰ, ਮਾਤਾ ਨੂੰ। ਬੜਾ ਜ਼ਿਆਦਾ ਪਿਆਰ ਸੀ ਸਾਧ ਸੰਗਤ ਜੀ। ਸੱਚਾ ਸੌਦਾ ਜਦੋਂ ਕਰਨ ਗਏ ਗੁਰੂ ਨਾਨਕ ਦੇਵ ਮਹਾਰਾਜ 20 ਰਜਤ ਪਾਣ ਲੈ ਕੇ ਗਏ ਪਿਤਾ ਕੋਲੋਂ, ਕਿਉਂਕਿ ਉਦੋਂ ਰੁਪਏ ਨਹੀਂ ਸੀ ਨਾ, ਰਜਤ ਪਾਣ ਸੀ ਉਦੋਂ।
ਵੀ ਰਜਤ ਪਾਣ ਲੈ ਕੇ ਜਾਂਦੇ ਨੇ ਭੁੱਖੇ ਸਾਧੂਆਂ ਨੂੰ। ਸਾਨੂੰ ਦੱਸ ਕੇ ਗਏ ਨੇ ਕਿ ਲੋੜਵੰਦਾਂ ਨੂੰ ਛਕਾਉਣਾ ਹੈ, ਭੁੱਖਿਆਂ ਨੂੰ ਛਕਾਉਣਾ ਹੈ। ਪੁੰਨ ਕਰਮ ਕਰਨੇ ਨੇ, ਭਲਾ ਕਰਨਾ ਹੈ, ਦਇਆ ਪਰਉਪਕਾਰ ਵਾਲੇ ਕਰਮ ਕਰਨੇ ਨੇ ਇਨਸਾਨ ਨੇ। ਉਹਨਾਂ ਦਾ ਜੀਵਨ ਸੁਣਾਉਣ ਦਾ ਮਤਲਬ ਇਹ ਕਿ ਸਾਨੂੰ ਉਹਨਾਂ ਤੋਂ ਸੀਖ ਮਿਲੇ, ਸਿੱਖਿਆ ਮਿਲੇ। ਕਠੋਰ ਨਹੀਂ ਬਣਨਾ, ਪੱਥਰ ਦਿਲ ਨਹੀਂ ਬਣਨਾ, ਕਿਸੇ ਗਰੀਬ ਤੇ ਦਇਆ ਨਹੀਂ, ਕਿਸੇ ਦੁਖੀ ਤੇ ਤਰਸ ਨਹੀਂ ਹੈ। ਉਹ ਪੱਥਰ ਦਿਲ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ। ਇਨਸਾਨ ਨਹੀਂ ਉਹਨੂੰ ਕਹਿ ਸਕਦੇ, ਉਹਨੂੰ ਪੱਥਰ ਦਿਲ ਕਹਿ ਸਕਦੇ ਆ। ਜਿਵੇਂ ਪੱਥਰ ਨੂੰ ਕੋਈ ਪਤਾ ਨਹੀਂ ਹੁੰਦਾ, ਦਰਦ ਨਹੀਂ ਹੁੰਦੀ, ਇਸ ਤਰ੍ਹਾਂ ਕਈ ਇਨਸਾਨ ਵੀ ਪੱਥਰ ਦਿਲ ਹੋਇਆ ਕਰਦੇ ਨੇ ਦੁਨੀਆ 'ਤੇ। ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਸਿਖਾਇਆ। ਜਦੋਂ ਛਕਾ ਕੇ ਆਏ ਤੇ ਆਪ ਪਿੰਡ ਤੋਂ ਬਾਹਰ ਸੀ, ਭਾਈ ਮਰਦਾਨੇ ਨੂੰ ਭਾਈ ਬਾਲੇ ਨੂੰ ਭੇਜਤਾ। ਜਦੋਂ ਪਿਤਾ ਕਲਿਆਣ ਦਾਸ ਨੂੰ ਪਤਾ ਲੱਗਾ, ਬੜੇ ਕ੍ਰੋਧਿਤ ਹੋਏ। ਪਿਤਾ ਕਲਿਆਣ ਦਾਸ ਜੀ ਗੁੱਸੇ ਵਿੱਚ ਆਏ ਨੇ, ਮੁੱਖ ਤੇ ਚਪੇੜਾਂ ਮਾਰੀਆਂ ਨੇ ਤੇ ਬੇਬੇ ਨਾਨਕੀ ਨੇ ਆ ਕੇ ਫਿਰ ਹੱਥ ਫੜ ਲਿਆ। ਇਹਨੂੰ ਕੀ ਤੁਸੀਂ ਆਪਣਾ ਪੁੱਤਰ ਸਮਝਦੇ ਹੋ? ਇਹ ਤਾਂ ਦੀਨ ਦੁਨੀਆ ਦਾ ਮਾਲਕ ਹੈ, ਇਹ ਤਾਂ ਜਗਤ ਦਾ ਵਾਲੀ ਹੈ, ਦੋ ਜਹਾਨ ਵਾਲੀ ਹੈ। ਤਾਂ ਸਾਨੂੰ ਭੁੱਲਿਆ ਹੋਇਆਂ ਨੂੰ ਤਾਰਨ ਵਾਸਤੇ ਆਇਆ, ਤੁਹਾਡੇ ਪੁੱਤਰ ਰੂਪ ਵਿੱਚ ਹੈ। ਖੈਰ, ਜਦੋਂ ਵੀ ਕੋਈ ਐਵੇਂ ਦੀ ਗੱਲ ਹੁੰਦੀ, ਬੇਬੇ ਨਾਨਕੀ ਫਿਰ ਅੱਗੇ ਜਾ ਕੇ ਹੱਥ ਫੜ ਲੈਂਦੇ ਸੀ ਜਾਂ ਸਮਝਾਉਂਦੇ ਸੀ ਆਪਣੇ ਮਾਤਾ ਪਿਤਾ। ਸਾਧ ਸੰਗਤ ਜੀ, ਕੌਤਕ ਜਿਹੜਾ ਤਲਵੰਡੀ ਦਾ ਮਾਲਕ ਸੀ, ਰਾਏ ਬੁਲਾਰ, ਉਹਦੇ ਵੱਡੇ ਬਜ਼ੁਰਗ ਸੀ ਰਾਏ ਭੋਏ। ਉਹਦੇ ਨਾਂ 'ਤੇ ਤਲਵੰਡੀ ਵੱਜਦੀ ਸੀ, ਰਾਏ ਭੋਏ ਦੀ ਤਲਵੰਡੀ। ਉਹਨੇ ਵੀ ਗੁਰੂ ਨਾਨਕ ਦੇਵ ਮਹਾਰਾਜ ਦੇ ਜਿਹੜੇ ਕੌਤਕ ਸੀ ਅੱਖਾਂ ਨਾਲ ਵੇਖੇ। ਜਿਵੇਂ ਖੇਤ ਉਜੜੇ ਹਰੇ ਭਰੇ ਹੋ ਜਾਣੇ, ਸਰਪ ਨੇ ਛਾਂ ਕਰਨੀ ਮਹਾਰਾਜ ਦੇ ਸਿਰ 'ਤੇ, ਹੋਰ ਬੜੀਆਂ ਵਾਰਤਾਵਾਂ। ਉਹ ਵੀ ਗੁਰੂ ਨਾਨਕ ਦੇਵ ਮਹਾਰਾਜ ਦਾ ਮਰੀਦ ਬਣ ਗਿਆ, ਸਿੱਖ ਬਣ ਗਿਆ। ਗੁਰੂ ਨਾਨਕ ਦੇਵ ਮਹਾਰਾਜ ਦਾ ਦੂਜਾ ਸਿੱਖ, ਕਈ ਪਹਿਲਾਂ ਵੀ ਕਹਿੰਦੇ ਨੇ, ਰਾਏ ਬੁਲਾਰ ਸੀ। ਸਾਧ ਸੰਗਤ ਜੀ, ਜਿਹੜਾ ਇੱਧਰ ਦਾ ਮਾਮਲਾ ਉਗਰਾਉਣ ਆਉਂਦਾ ਸੀ, ਸੁਲਤਾਨਪੁਰ ਨਵਾਬ ਦੌਲਤ ਖਾਂ ਦਾ ਜਿਹੜਾ ਸਾਧ ਸੰਗਤ ਜੀ ਨੌਕਰੀ ਕਰਦਾ ਸੀ, ਨੌਕਰ ਜੈ ਰਾਮ ਜੀ, ਇੱਧਰ ਰਾਏ ਭੋਏ ਦੀ ਤਲਵੰਡੀ ਆਇਆ ਕਰਦਾ ਸੀ। ਕਈਆਂ ਨੇ ਇਸ ਤਰ੍ਹਾਂ ਵੀ ਲਿਖਿਆ ਵਿਦਵਾਨਾਂ ਨੇ ਕਿ ਇਹ ਜ਼ਮੀਨ ਦੀ ਮਿੰਨਤੀ ਕਰਨ ਵਾਲਾ ਸੀ ਭਾਈਆ ਜੈ ਰਾਮ ਜੀ। ਜਦੋਂ ਆਏ, ਰਾਏ ਬੁਲਾਰ ਨਾਲ ਕਾਫੀ ਪਿਆਰ ਸੀ। ਫਿਰ ਰਾਏ ਬੁਲਾਰ ਦੇ ਕਹਿਣ 'ਤੇ ਬੇਬੇ ਨਾਨਕੀ ਦਾ ਰਿਸ਼ਤਾ ਹੋਇਆ। ਬੇਬੇ ਨਾਨਕੀ ਦਾ ਵਿੱਚ ਪੈ ਕੇ ਰਿਸ਼ਤਾ ਕਰਾਉਣ ਵਾਲੇ ਰਾਏ ਬੁਲਾਰ ਜੀ ਨੇ। ਬੇਬੇ ਨਾਨਕੀ ਦਾ ਰਿਸ਼ਤਾ ਹੋ ਜਾਂਦਾ ਹੈ, ਬੇਬੇ ਨਾਨਕੀ ਦਾ ਵਿਆਹ ਹੋ ਜਾਂਦਾ ਹੈ। ਬੇਬੇ ਨਾਨਕੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ, ਸੁਲਤਾਨਪੁਰ ਚਲੇ ਜਾਂਦੇ ਨੇ। ਭਾਵੇਂ ਜੀ ਨਹੀਂ ਕਰਦਾ, ਵੀਰ ਨਾਲ ਇੰਨਾ ਜ਼ਿਆਦਾ ਪਿਆਰ ਹੈ ਗੁਰੂ ਨਾਨਕ ਦੇਵ ਮਹਾਰਾਜ ਨਾਲ। ਉਹ ਜਿਹੜੀ ਪ੍ਰੇਮ ਦੀ ਤੰਦ ਹੈ, ਖਿੱਚ ਪਾਉਂਦੀ ਹੈ। ਸੋ ਸਾਧ ਸੰਗਤ ਜੀ, ਬੇਬੇ ਨਾਨਕੀ ਜਦੋਂ ਆਪਣੇ ਸਹੁਰੇ ਘਰ ਤੁਰ ਗਈ, ਬੜਾ ਜੀਵਨ ਉੱਚਾ ਸੀ ਸਾਧ ਸੰਗਤ ਜੀ। ਬੇਬੇ ਨਾਨਕੀ ਦਾ ਬੜਾ ਜੀਵਨ ਸੁੱਚਾ ਸੀ, ਬੜਾ ਆਗਿਆਕਾਰੀ, ਬੜੀ ਸੰਜਮ, ਬੜੀ ਧੀਰਤਾ ਵਾਲੀ। ਬੇਬੇ ਨਾਨਕੀ ਵਿੱਚ ਬੜੇ ਗੁਣ ਸੀ। ਜੇ ਕਿਤੇ ਅੱਜ ਦੀਆਂ ਬੱਚੀਆਂ ਧੀਆਂ ਬੇਬੇ ਨਾਨਕੀ ਦਾ ਜੀਵਨ ਪੜ੍ਹਨ, ਕਿਤੇ ਪਰਿਵਾਰਾਂ ਦੇ ਵਿੱਚ ਬੇਤਫਾਕੀਆਂ ਆਈ ਨਹੀਂ ਸਕਦੀਆਂ, ਰਿਸ਼ਤੇ ਟੁੱਟ ਹੀ ਨਹੀਂ ਸਕਦੇ। ਸਾਧ ਸੰਗਤ ਜੀ, ਸਾਡੇ ਵਿੱਚੋਂ ਗੁਣ ਜਾਂਦੇ ਰਹੇ ਨੇ, ਗੁਣ ਨਹੀਂ ਹਨ ਸਾਡੇ ਵਿੱਚੋਂ।
ਗੁਰੂ ਕੇ ਧੀਆਂ ਦਾ, ਭੈਣਾਂ ਦਾ ਇਤਿਹਾਸ ਪੜ੍ਹੀਏ, ਸਾਡੇ ਜੀਵਨ ਨੂੰ ਬਹੁਤ ਸੇਧ ਮਿਲਦੀ ਹੈ। ਸਾਧ ਸੰਗੀ, ਵੱਡੇ ਵੱਡੇ ਦੁੱਖ ਕਸ਼ਟ ਦੁਨੀਆ ਦੇ ਐ ਲੰਘ ਜਾਂਦੇ, ਪਤਾ ਨਹੀਂ ਲੱਗਦਾ, ਕਿਉਂਕਿ ਸੇਧ ਬੜੀ ਵੱਡੀ ਮਿਲੀ ਹੁੰਦੀ ਹੈ। ਹੁਣ ਟੀਵੀ ਤੋਂ ਸੇਧ ਮਿਲਦੀ ਹੈ, ਉਹ ਤਾਂ ਤੋੜਨ ਦੀ ਹੋਈ ਮਿਲਦੀ ਹੈ। ਕੋਈ ਸਿੱਖਿਆ ਨਹੀਂ ਮਿਲਦੀ, ਕੋਈ ਨਿਵਣ ਨਹੀਂ, ਕੋਈ ਖਵਣ ਨਹੀਂ, ਕੋਈ ਜਿਹਬਾ ਮਣੀਆਂ ਮੰਤ ਵਾਲੇ ਗੁਣ ਨਹੀਂ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਭੈਣ ਬੜੀ ਸਿਆਣੀ ਸੀ, ਬੜੀ ਗੁਣਕਾਰੀ ਸੀ। ਪਹਿਲਾਂ ਲੋਕ ਧੀਆਂ ਵਿੱਚ ਗੁਣ ਹੀ ਵੇਖਦੇ ਹੁੰਦੇ ਸੀ। ਅੱਜ ਵੀ ਲੋਕ ਬੜੇ ਚੰਗੇ ਹਨ, ਜਦੋਂ ਕਿਤੇ ਬੱਚੇ ਦਾ ਵਿਆਹ ਕਰਦੇ ਨੇ ਧੀ ਦੇ ਗੁਣ ਵੇਖਦੇ ਨੇ। ਸਾਨੂੰ ਕੁਛ ਨਹੀਂ ਚਾਹੀਦਾ, ਧੀ ਸਿਆਣੀ ਚਾਹੀਦੀ ਹੁੰਦੀ ਹੈ, ਜਿਹੜਾ ਸਾਰਾ ਘਰ ਸਾਂਭ ਲੇ। ਉਹੀ ਸਿਆਣੀਆਂ ਹੁੰਦੀਆਂ ਨੇ। ਸਾਧ ਸੰਗਤ, ਬੜੀ ਸਿਆਣੀ ਬੇਬੇ ਨਾਨਕੀ, ਬੜੀ ਧੀਰਤਾ ਵਾਲੀ, ਆਗਿਆਕਾਰੀ, ਭਾਈਆ ਜੈ ਰਾਮ ਜੀ ਦੀ ਆਗਿਆ ਵਿੱਚ ਚੱਲਣ ਵਾਲਾ। ਬਸ 7 ਵਚਨ, 7 ਵਚਨ। ਕਿਹੜੇ ਘਰ ਦੇ ਵਿੱਚ ਰੌਲਾ ਪੈ ਜਾਏਗਾ? 7 ਵਚਨ। ਜਦੋਂ 8ਵਾਂ ਵਚਨ ਹੁੰਦਾ ਉਦੋਂ ਹੀ ਪੈਂਦਾ। ਇਹ ਗੁਰੂ ਕਹਿੰਦੇ ਇਤਿਹਾਸ ਤਾਂ ਹੀ ਆਪਣੇ ਵਾਸਤੇ ਬਣੇ ਹੋਏ ਨੇ ਸਾਧ ਸੰਗਤ ਜੀ, ਕਿ ਆਪਾਂ ਉਹਨਾਂ ਤੋਂ ਇਹ ਐਸੀ ਸਿੱਖਿਆ ਲਈਏ। ਬੇਬੇ ਨਾਨਕੀ ਨੇ ਭਾਈਆ ਜੈ ਰਾਮ ਜਿਹਨੂੰ ਵੀ ਕਿਹਾ, ਆਪਣੇ ਵੀਰ ਬਾਰੇ ਦੱਸਿਆ, ਮੇਰਾ ਵੀਰ ਬੜਾ ਕਲਾਵਾਨ ਹੈ, ਮੇਰਾ ਵੀਰ ਬੜਾ, ਔਰ ਇਹ ਰੱਬ ਦਾ ਅਵਤਾਰ ਹੈ ਮੇਰਾ ਵੀਰ, ਕੋਈ ਆਮ ਨਹੀਂ। ਭਾਈਆ ਜੈ ਰਾਮ ਜੀ ਵੀ ਭਤੀਜ ਗਏ ਵੀ ਬਿਲਕੁਲ ਇਹਨਾਂ ਦਾ ਵੀਰ ਕਲਾਵਾਨ ਹੋਏਗਾ। ਐਸੇ ਤਰੀਕੇ ਨਾਲ ਬੇਬੇ ਨਾਨਕੀ ਨੇ ਦੱਸਿਆ, ਉਹਨਾਂ ਦਾ ਸਾਰਾ ਸਹੁਰਾ ਪਰਿਵਾਰ ਹੀ ਮੰਨ ਗਿਆ। ਇਸ ਕਰਕੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਮਿਲਣ ਵੀ ਗਏ, ਪਹਿਲੀ ਵਾਰ ਬੇਬੇ ਨਾਨਕੀ ਨੂੰ ਲੈਣ ਵੀ ਗੁਰੂ ਨਾਨਕ ਹੀ ਗਏ ਸੀ। ਵਿਆਹ ਤੋਂ ਕੁਛ ਦਿਨ ਬਾਅਦ ਆਪਾਂ ਆਪਣੀ ਧੀ ਬੱਚੀ ਨੂੰ ਲੈਣ ਜਾਂਦੇ ਹਾਂ, ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਸੀ ਆਪ। ਇਸ ਕਰਕੇ ਫਿਰ ਜਦੋਂ ਦੇਖਿਆ ਆਪਣੇ ਪੇਕੇ ਘਰ ਆ ਕੇ ਕਿ ਗੁਰੂ ਨਾਨਕ ਦੇਵ ਮਹਾਰਾਜ ਤੇ ਮੇਰੇ ਪਿਤਾ ਜੀ ਉਸੇ ਤਰ੍ਹਾਂ ਹੀ ਖਪਾ ਹੁੰਦੇ ਰਹਿੰਦੇ ਨੇ, ਨਾਰਾਜ਼ ਹੁੰਦੇ ਰਹਿੰਦੇ ਨੇ। ਇਹ ਤਾਂ ਦੁਨੀਆ ਦਾ ਭਲਾ ਕਰਦੇ ਨੇ, ਭਲਾ ਕਰਨ ਵਾਸਤੇ ਆਏ ਨੇ, ਪਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਇਹ ਖਪਾ ਹੁੰਦੇ ਨੇ। ਉਹਨਾਂ ਨੇ ਫਿਰ ਭਾਈਆ ਜੈ ਰਾਮ ਜੀ ਨਾਲ ਵੀ ਗੱਲ ਕੀਤੀ, ਤੇ ਰਾਏ ਬੁਲਾਰ ਜਦੋਂ ਭਾਈਆ ਜੈ ਰਾਮ ਲੈਣ ਆਏ ਨਾ ਬੇਬੇ ਨਾਨਕੀ ਨੂੰ, ਆਪਣੀ ਪਤਨੀ ਨੂੰ, ਰਾਏ ਬੁਲਾਰ ਨਾਲ ਪਿਆਰ ਸੀ, ਮਿਲੇ। ਰਾਏ ਬੁਲਾਰ ਕਹਿੰਦਾ ਗੁਰੂ ਨਾਨਕ ਰੱਬੀ ਅਵਤਾਰ ਹੈ, ਖੁਦਾਵੰਤ ਕਰੀਬ ਹੈ ਗੁਰੂ ਨਾਨਕ। ਜੇ ਕਿਤੇ ਤੂੰ ਗੁਰੂ ਨਾਨਕ ਨੂੰ, ਆਪਣੇ ਸਾਲੇ ਨੂੰ ਆਪਣੇ ਕੋਲ ਲੈ ਜੇ, ਬਹੁਤ ਵਧੀਆ ਗੱਲ ਹੋਏਗੀ। ਭਾਈਆ ਜੈ ਰਾਮ ਕਹਿੰਦਾ ਜੇ ਰੱਬ ਮੇਰੇ ਘਰ ਆ ਜੇ ਮੈਨੂੰ ਹੋਰ ਕੀ ਚਾਹੀਦਾ? ਪਰਮਾਤਮਾ ਦੁਨੀਆ ਦਾ ਨਬੀ ਮੇਰੇ ਘਰ ਆ ਜੇ ਮੈਨੂੰ ਹੋਰ ਕੀ ਚਾਹੀਦਾ? ਬੇਬੇ ਨਾਨਕੀ ਨੇ ਵੀ ਆਖਿਆ ਵੈਸੀ ਜੈ ਰਾਮ ਨੂੰ, ਹੁਣ ਰਾਏ ਬੁਲਾਰ ਨੇ ਵੀ ਕਹਿਤਾ। ਪਿਤਾ ਕਲਿਆਣਦਾਸ ਜੀ ਨਾਲ ਗੱਲ ਕੀਤੀ, ਗੁਰੂ ਨਾਨਕ ਦੇਵ ਮਹਾਰਾਜ ਨੂੰ ਬੇਬੇ ਨਾਨਕੀ ਆਪਣੇ ਕੋਲ ਲੈ ਗਈ। ਵੇਖੋ ਪਿਆਰ ਭੈਣ ਦਾ ਕਿੰਨਾ ਜ਼ਿਆਦਾ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਉੱਥੇ ਗਏ ਤੇ ਬੇਬੇ ਨਾਨਕੀ ਕਹਿੰਦੀ ਵੀਰਾ ਕਰਨਾ ਕੁਛ ਨਹੀਂ, ਬਸ ਤੂੰ ਉਹੀ ਚਾਲ ਰੱਖਣੀ, ਆਪਣੀ ਭਗਤੀ ਕਰਨੀ ਹੈ ਜੋ ਤੇਰੇ ਮਨ ਆਉਂਦਾ ਹੈ, ਪਰ ਕੰਮ ਤੂੰ ਕੋਈ ਨਹੀਂ ਕਰਨਾ, ਤੂੰ ਭੈਣ ਦੇ ਘਰ ਬਸ ਰਹਿਣਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਬੇਬੇ ਨਾਨਕੀ ਨੂੰ, ਬੇਬੇ ਇਸ ਤਰ੍ਹਾਂ ਨਹੀਂ, ਸਰੀਰ ਦਾ ਧਰਮ ਹੈ ਕੰਮ ਕਰਨਾ, ਕੰਮ ਕਰਨਾ ਬਹੁਤ ਜ਼ਰੂਰੀ ਹੈ। ਜਿਹੜਾ ਇਨਸਾਨ ਕੰਮ ਕਰਦਾ ਹੈ ਅੱਛਾ ਇਨਸਾਨ ਹੈ ਦੁਨੀਆ 'ਤੇ, ਕੰਮ ਕਰਨਾ ਬਹੁਤ ਜ਼ਰੂਰੀ ਹੈ। ਕਈ ਘਰਾਂ ਦੇ ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਦੁਖੀ ਹੁੰਦੇ ਨੇ, ਕੰਮ ਨਹੀਂ ਕਰਦੇ ਹੁੰਦੇ। ਮਹਾਰਾਜ ਕਹਿੰਦੇ ਨਹੀਂ, ਕੰਮ ਕਰਨਾ ਬਹੁਤ ਜ਼ਰੂਰੀ, ਕੰਮ ਕਰਾਂਗੇ। ਭਾਈਆ ਜੀ ਨੂੰ ਕਹੋ। ਭਾਈਆ ਜੈ ਰਾਮ ਜੀ ਨੂੰ ਕਿਹਾ, ਉਹਨਾਂ ਨੇ ਨਵਾਬ ਨਾਲ ਗੱਲ ਕੀਤੀ ਵੀ ਕੋਈ ਪੋਸਟ ਖਾਲੀ ਹੋਵੇ ਨੌਕਰੀ ਵਾਸਤੇ, ਕੋਈ ਜਗ੍ਹਾ ਕਹੇ। ਉਹ ਕਹਿੰਦੇ ਹਾਂ ਇੱਕ ਖਾਲੀ ਹੈ।
ਜਿਹੜਾ ਮੋਦੀਖਾਨਿਆਂ ਨੂੰ ਚਲਾਉਣ ਵਾਲਾ ਉਹ ਹੈ ਨਹੀਂ, ਪੜ੍ਹਿਆ ਲਿਖਿਆ ਚਾਹੀਦਾ, ਸਿਆਣਾ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਦੇਖਿਆ ਨਵਾਬ ਦੌਲਤ ਖਾਨ ਨੇ, ਇਹ ਤੋਂ ਵੱਡਾ ਸਿਆਣਾ ਕਿਹੜਾ ਹੋ। ਤੇ ਗੱਲ ਵੀ ਸੱਚ ਹੈ, ਉਹ ਤੇ ਸਾਡੇ ਵਰਗੇ ਮੂਰਖਾਂ ਨੂੰ, ਦੁਨੀਆ ਨੂੰ, ਭੁੱਲੀਆਂ ਹੋਈਆਂ ਨੂੰ ਸਮਝਾਉਣ ਆਏ ਸੀ, ਪੜ੍ਹਾਉਣ ਆਏ ਸੀ। ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਉਹਨਾਂ ਤੋਂ ਵੱਡਾ ਸਿਆਣਾ ਕਿਹੜਾ। ਗੁਰੂ ਨਾਨਕ ਦੇਵ ਮਹਾਰਾਜ ਨੂੰ ਉੱਥੇ ਰਖਾ ਦਿੱਤਾ ਤੇ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ 13 ਤੋਲੇ। ਜਦੋਂ ਜਾਓਗੇ ਨਾ ਸੁਲਤਾਨਪੁਰ, ਬੇਬੇ ਨਾਨਕੀ ਦਾ ਘਰ ਵੇਖੋ ਕਿੰਨਾ ਸੋਹਣਾ, ਅੱਜ ਵੀ ਬਣਿਆ। ਬੇਬੇ ਨਾਨਕੀ ਦਾ ਘਰ ਉਸੇ ਤਰ੍ਹਾਂ ਬੜਾ ਸੋਹਣਾ ਬਣਾਇਆ ਹੋਇਆ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਸੇਵਾ ਕਰਕੇ। ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ 13 ਤੋਲੇ, ਉਹ ਵੀ ਬਣਿਆ ਗੁਰਦੁਆਰਾ ਸਾਹਿਬ। ਬੇਬੇ ਨਾਨਕੀ ਨਾਲ ਜਿੱਥੇ ਰਹਿੰਦੇ, ਕੌਤਕ ਕਰਦੇ, ਉਹ ਵੀ ਸਥਾਨ ਅਲੱਗ ਬਣਿਆ ਹੋਇਆ। ਇਸ ਕਰਕੇ ਬੇਬੇ ਨਾਨਕੀ ਕਹਿੰਦੀ, ਨਹੀਂ ਵੀਰਾ ਤੂੰ ਕਰ। ਕਹਿੰਦੇ ਨਹੀਂ, ਮੈਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕੰਮ ਕਰਾਂ। ਦੌਲਤ ਖਾਨਾ ਚਲਾਇਆ 13 ਲੋਕੀ ਕਹਿੰਦੇ ਸੀ ਉੱਜੜ ਜੇਗਾ ਭਾਈਆ ਜੈ ਰਾਮ। ਕਿਉਂ? ਕਿਉਂਕਿ ਉਹਦਾ ਸਾਲਾ 13 ਤੋਲੀ ਜਾਂਦਾ ਹੈ, ਧਾਰਨਾ ਅੱਗੇ ਜੋਖਦਾ ਹੀ ਨਹੀਂ ਹੈ, ਐ ਭਰ ਕੇ ਵੰਡੀ ਜਾਂਦਾ ਹੈ। ਇਸ ਕਰਕੇ ਇਹ ਜੇ ਭਾਈਆ ਜੈ ਰਾਮ ਆਪਣੀ ਤਨਖਾਹ ਵੀ ਦੇ ਦੇਗਾ ਨਾ, ਤਾਂ ਵੀ ਨਹੀਂ ਘਾਟਾ ਪੂਰਾ ਹੋਣਾ। ਬੜਾ ਕੁਛ ਕਿਹਾ ਲੋਕਾਂ ਨੂੰ, ਤੁਹਾਨੂੰ ਪਤਾ ਲੋਕਾਂ ਦੀ ਚਾਲ। ਲੋਕਾਂ ਨੇ ਬੜੇ ਕੰਨ ਭਰੇ। ਭਾਈਆ ਜੈ ਰਾਮ ਸੀ, ਹੁਣ ਭੈਣ ਨਾਨਕੀ ਨੂੰ ਤਾਂ ਭਰੋਸਾ ਸੀ ਵੀ ਇਹ ਵਿਗਾੜਨੀ, ਇਹ ਤਾਂ ਸਵਾਰਨ ਆਇਆ, ਮੇਰਾ ਵੀਰਾ ਜਗਤ ਦਾ ਮਾਲਕ ਹੈ। ਉਹਨੇ ਸਮਝਾਉਣਾ ਭਾਈਆ ਜੈ ਰਾਮ ਜੀ ਨੂੰ। ਪਰ ਜਦੋਂ ਹੁਣ ਲੋਕਾਂ ਦੀਆਂ ਗੱਲਾਂ ਹੋਣ, ਫਿਰ ਭਾਈਆ ਜੀ ਨੇ ਬੜਾ ਦੁਖੀ ਹੋ ਜਾਣਾ। ਬੇਬੇ ਨਾਨਕੀ ਨੇ ਕਹਿਤਾ, ਜਾਓ ਕਹਿ ਦਿਓ ਉਹਨਾਂ ਨੂੰ ਹਿਸਾਬ ਕਿਤਾਬ ਕਰਾ ਲੈਣ। ਜਦੋਂ ਹਿਸਾਬ ਕਿਤਾਬ ਕਰਾਇਆ, ਗੁਰੂ ਨਾਨਕ ਦੇ ਵੱਧ ਨਿਕਲੇ। ਇਹ ਪਹਿਲਾਂ ਵੀ ਸਾਖੀਆਂ ਸੁਣਾਈਆਂ ਨੇ ਪ੍ਰਭਾਤ ਫੇਰੀਆਂ ਦੇ ਵਿੱਚ। ਕਈ ਵਾਰ ਚੁਗਲਖੋਰਾਂ ਨੇ, ਨਿੰਦਕ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਬੇਬੇ ਨਾਨਕੀ ਦੇ ਭਰਾ ਦੀਆਂ, ਪਰ ਵਾਧਾ ਹੀ ਨਿਕਲਿਆ ਜਦੋਂ ਵੀ ਨਿਕਲਿਆ ਗੁਰੂ ਨਾਨਕ। ਇਹ ਸਾਨੂੰ ਸਿੱਖਿਆ, ਜਦੋਂ ਧਰਮ ਵਾਸਤੇ, ਗੁਰੂ ਘਰ ਵਾਸਤੇ, ਗੁਰੂ ਲੰਗਰਾਂ ਵਾਸਤੇ, ਲੋੜਵੰਦਾਂ ਵਾਸਤੇ ਦਓਗੇ, ਘਰ ਵਿੱਚ ਘਾਟਾ ਨਹੀਂ ਰਹੇਗਾ, ਤੁਹਾਡੇ ਬਰਕਤ ਪਏਗੀ। ਤੇ ਜਿੰਨਾ ਕੰਜੂਸਪੁਣਾ ਕਰੋਗੇ, ਉਨੀ ਬਰਕਤ ਨਹੀਂ ਪੈਣੀ, ਨਾ ਸ਼ਾਂਤੀ ਘਰ ਵਿੱਚ। ਰੋਗਾਂ ਦਾ ਘਰ ਬਣ ਜਾਣਾ ਹੈ, ਘਰ ਦੁਖਦਾਇਕ ਬਣ ਜਾਣਾ ਹੈ। ਕਦੀ ਕਿਸੇ ਗੱਲ ਤੋਂ ਝਗੜਾ, ਕਦੀ ਕਿਸੇ ਗੱਲ ਤੋਂ। ਕਿਉਂ? ਅਸੀਂ ਦਸਵੰਧ ਹੀ ਨਹੀਂ ਦਿੰਦੇ ਗੁਰੂ ਘਰ। ਗੁਰੂ ਨੇ ਦਿੱਤਾ ਹੈ। ਅੱਜ ਤੋਂ 20 ਸਾਲ ਪਹਿਲਾਂ ਵੀ ਅਸੀਂ ਉਹ ਦਿੰਦੇ ਸੀ। ਅੱਜ 20 ਸਾਲ ਬਾਅਦ ਸਾਡੇ USA ਬੱਚੇ ਸੈੱਟ ਨੇ, ਉਹੀ ਗੁਰੂ ਘਰ। ਕੋਈ ਫਰਕ ਨਹੀਂ ਆਇਆ ਹੈ, ਪਰ ਥੋੜਿਆਂ ਦੇ ਆਇਆ। ਕੰਜੂਸਪੁਣਾ ਬੜਾ ਕਈਆਂ ਦੇ ਵਿੱਚ, ਉਹ ਇੱਥੇ ਹੀ ਧਰੀਤਰਾ ਹੀ ਰਹਿ ਜਾਂਦੀ, ਕਿਸੇ ਲੇਖੇ ਨਹੀਂ ਪੈਂਦੀ। ਮਹਾਰਾਜ ਨੇ ਕਿਹਾ, ਧਰਮ ਵਾਸਤੇ, ਲੋੜਵੰਦਾਂ ਵਾਸਤੇ ਵਰਤੋਗੇ, ਘਾਟਾ ਨਹੀਂ ਪਏਗਾ, ਵਾਧਾ ਹੀ। ਸਿੱਖਿਆ ਦਿੱਤੀ ਸੀ ਗੁਰੂ ਨਾਨਕ ਨੇ। ਬੇਬੇ ਨਾਨਕੀ ਨਾਲ ਖੜਦੀ ਰਹੀ ਗੁਰੂ ਨਾਨਕ ਦੇ ਮਹਾਰਾਜ। ਫਿਰ ਬੇਬੇ ਨਾਨਕੀ ਨੇ ਹੀ ਭਾਈਆ ਜੈ ਰਾਮ ਜੀ ਨੂੰ ਕਹਿ ਕੇ ਗੁਰੂ ਨਾਨਕ ਦਾ ਰਿਸ਼ਤਾ ਕਰਾਇਆ ਸੀ। ਮੂਲ ਚਾਹੁੰਦੇ ਨਾ ਪੱਖੋਂ ਕੇ ਰੰਧਾਵੇਗਾ, ਬਟਾਲੇ ਦਾ ਰਹਿਣ ਵਾਲਾ, ਇਹ ਵੀ ਪਟਵਾਰ ਪੁਣਾ ਕਰਦਾ ਸੀ। ਉਹਦੀ ਧੀ ਸੀ ਸੁਲੱਖਣੀ, ਬੇਬੇ ਨਾਨਕੀ ਨੇ ਵੇਖੀ ਸੀ ਵੀਰ ਵਾਸਤੇ। ਬੇਬੇ ਨਾਨਕੀ ਨੇ ਰਿਸ਼ਤਾ ਕਰਾਇਆ। ਬੇਬੇ ਨਾਨਕੀ ਦੇ ਘਰ, ਭਰਾ ਭੈਣ ਦੇ ਘਰ ਰਹਿ ਕੇ ਵੀਰੇ ਦਾ ਵਿਆਹ ਕੀਤਾ ਬੇਬੇ ਨਾਨਕੀ ਨੇ, ਬੜਾ ਜ਼ਿਆਦਾ ਪਿਆਰ। ਤੇ ਵਿਆਹ ਤੋਂ ਪਹਿਲਾਂ ਆਪਣੇ ਨਾਲੋਂ ਵੱਡਾ ਘਰ ਬਣਾ ਕੇ ਦਿੱਤਾ ਗੁਰੂ ਨਾਨਕ ਦਾ। ਇਤਿਹਾਸ ਬੇਬੇ ਨਾਨਕੀ ਦਾ ਅੱਜ ਜਿਹੜਾ ਪ੍ਰਕਾਸ਼ ਦੇਣਾ, ਤਾਂ ਵਿਚਾਰ ਕਰ ਰਹੇ। ਬੇਬੇ ਨਾਨਕੀ ਨੇ ਗੁਰੂ ਨਾਨਕ ਦੇ ਵਿਆਹ ਤੋਂ ਪਹਿਲਾਂ ਆਪਣੇ ਨਾਲੋਂ ਵੱਡਾ ਘਰ ਵੀਰ ਵਾਸਤੇ ਬਣਵਾ ਦਿੱਤਾ। ਸਦਕੇ ਜਾਈਏ ਐਸੀ ਬੇਬੇ ਤੋਂ, ਭੈਣ ਤੋਂ। ਜਦੋਂ ਵਿਆਹ ਹੋ ਗਿਆ, ਡੋਲੀ ਆਈ, ਕੁਛ ਦਿਨ ਬੇਬੇ ਨਾਨਕੀ ਨੇ ਕੀਤਾ। ਫਿਰ ਭਰਾ ਨੂੰ ਕਿਹਾ
ਕਿ ਉਹ ਘਰ ਤੁਹਾਡਾ ਹੁਣ, ਤੁਸੀਂ ਉੱਥੇ ਵਸੋ ਕਰੋ। ਤੇ ਜਦੋਂ ਵੀ ਸਾਧ ਸੰਗਤ ਜੀ ਕੋਈ ਗੱਲ ਹੁੰਦੀ, ਗ੍ਰਸਤੀ ਵਿੱਚ ਗੱਲਾਂ ਹੁੰਦੀਆਂ ਨੇ, ਬੇਬੇ ਨਾਨਕੀ ਖੜ ਜਾਂਦੀ ਸੀ ਆਪਣੀ ਭਾਬੋ ਨੂੰ, ਮਾਤਾ ਸੁਲੱਖਣੀ ਨੂੰ ਸਮਝਾਉਣ ਵਾਸਤੇ। ਫਿਰ ਜਿਹੜੇ ਬਾਬਾ ਸ੍ਰੀ ਚੰਦ ਜੀ ਮਹਾਰਾਜ, ਬਾਬਾ ਲਖਮੀ ਦਾਸ ਜੀ ਮਹਾਰਾਜ ਹੋਏ ਗੁਰੂ ਨਾਨਕ ਦੇ ਘਰ, 2 ਸਪੁੱਤਰ ਸਾਹਿਬਜ਼ਾਦੇ, ਇਹ ਬੇਬੇ ਨਾਨਕੀ ਦੀ ਬੇਨਤੀ ਸੀ। ਵੇਖੋ ਭੈਣ ਕੈਸੀ ਹੈ, ਆਪਣੇ ਵਾਸਤੇ ਸੰਤਾਨ ਨਹੀਂ ਮੰਗੀ ਭੈਣ ਨੇ, ਵੀਰ ਵਾਸਤੇ ਮੰਗਦੀ ਹੈ, ਭਤੀਜੇ ਮੰਗਦੀ ਹੈ। ਇੱਕ ਗੁਰੂ ਨਾਨਕ ਦੀ ਭੈਣ ਐਸੀ ਹੈ ਜਿਹਨੇ ਆਪਣੇ ਭਰਾ ਗੁਰੂ ਨਾਨਕ ਨੂੰ ਵੀ ਖਿਡਾਇਆ, ਕੁੱਛੜ ਚੁੱਕਿਆ, ਗੋਦ ਵਿੱਚ ਲਿਆ, ਬੈਠਣਾ ਚੱਲਣਾ ਸਿਖਾਇਆ। ਉਹੀ ਬੇਬੇ ਨਾਨਕੀ ਆਪਣੇ ਗੁਰੂ ਨਾਨਕ ਦੇ ਸਪੁੱਤਰਾਂ ਨੂੰ, ਸਾਹਿਬਜ਼ਾਦਿਆਂ ਨੂੰ ਸਾਧ ਸੰਗਤ ਜੀ ਆਪਣੀ ਗੋਦ ਵਿੱਚ ਖਿਡਾਇਆ, ਕੁੱਛੜ ਚੁੱਕਿਆ, ਉਹਨਾਂ ਨੂੰ ਤੁਰਨਾ ਫਿਰਨਾ, ਉਹਨਾਂ ਨੂੰ ਬੈਠਣਾ ਖਾਣਾ। ਬਾਬਾ ਸ੍ਰੀ ਚੰਦ ਮਹਾਰਾਜ ਦੀ ਪਰਵਰਿਸ਼ ਬੇਬੇ ਨਾਨਕੀ ਨੇ ਕੀਤੀ ਹੈ। ਜਿੰਨਾ ਚਿਰ ਰਹੇ ਨੇ 43 ਸਾਲ ਤੱਕ ਬੇਬੇ ਨਾਨਕੀ ਦੀ ਉਮਰ ਸੀ, 43 ਦੇ ਲਗਭਗ। ਫਿਰ ਉਹਨਾਂ ਚਿਰ ਆਪ ਹੀ ਪਰਵਰਿਸ਼ ਕਰਦੇ ਰਹੇ, ਸਾਂਭਦੇ ਰਹੇ। ਬਾਬਾ ਸ੍ਰੀ ਚੰਦ ਮਹਾਰਾਜ, ਬਾਬਾ ਲਖਮੀ ਦਾਸ ਜੀ ਨੂੰ ਸਾਰੀ ਸਿੱਖਿਆ ਬੇਬੇ ਨਾਨਕੀ ਨੇ ਦਿੱਤੀ। ਜੇ ਅਵਧੂਤ ਬਿਰਤੀ ਦੇ ਮਾਲਕ ਬਣੇ ਬਾਬਾ ਸ੍ਰੀ ਚੰਦ ਜੀ ਮਹਾਰਾਜ, ਸ਼ਕਤੀਆਂ ਭਗਤੀਆਂ ਵਾਲੇ ਹੋਏ ਤੇ ਬੇਬੇ ਨਾਨਕੀ ਦੇ ਸਦਕਾ। ਬੇਬੇ ਨਾਨਕੀ ਨੇ ਇੱਧਰ ਇਹ ਸੀਖ ਦਿੱਤੀ ਹੈ। ਇਸ ਕਰਕੇ ਦੇਖੋ, ਧੰਨ ਬੇਬੇ ਨਾਨਕੀ, ਜਿਨ੍ਹਾਂ ਨੇ ਆਪਣੇ ਵਾਸਤੇ ਨਹੀਂ ਕੁਛ ਮੰਗਿਆ, ਵੀਰ ਵਾਸਤੇ ਹੀ। ਆਪਣੇ ਘਰ ਸੰਤਾਨ ਨਹੀਂ, ਬੇਬੇ ਨਾਨਕੀ ਦੇ ਬੱਚੇ ਨਹੀਂ, ਵੀਰੇ ਘਰ ਬੱਚੇ ਖੇਡਦੇ ਨੇ, ਇਹੀ ਖੁਸ਼ੀ ਹੈ ਬਸ। ਬੇਬੇ ਨਾਨਕੀ ਦੇਖਿਆ ਗੁਰੂ ਨਾਨਕ ਦੇਵ ਮਹਾਰਾਜ ਥੋੜ੍ਹੇ ਜਿਹੇ ਉਪਰਾਮ ਰਹਿੰਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਬੇਬੇ ਹੁਣ ਅਸੀਂ ਸੰਸਾਰ ਦਾ ਭਲਾ ਕਰਨਾ ਹੈ, ਹੁਣ ਅਸੀਂ ਤੇਰੇ ਤੋਂ ਆਗਿਆ ਮੰਗਦੇ ਹਾਂ। ਫਿਰ ਭਾਈ ਮਰਦਾਨੇ ਨੂੰ ਕਿਹਾ ਸੀ, ਬੇਬੇ ਨਾਨਕੀ ਤੋਂ ਪੈਸੇ ਲੈ। ਰਬਾਬ ਕਿਉਂ ਲਈ ਗੁਰੂ ਨਾਨਕ ਦੇਵ ਮਹਾਰਾਜ ਨੇ ਬੇਬੇ ਨਾਨਕੀ ਦੇ ਪੈਸੇ? ਕਿਉਂਕਿ ਜਦੋਂ ਵੀ ਸੁਰਾਂ ਤੇ ਹੱਥ ਜਾਏਗਾ, ਸੁਰ ਨਿਕਲੇਗੀ, ਆਵਾਜ਼ ਨਿਕਲੇਗੀ, ਬੇਬੇ ਨਾਨਕ ਦੀ ਯਾਦ ਸਾਡੇ ਨਾਲ ਹੀ ਰਹੇਗੀ। ਇੰਨਾ ਪਿਆਰ ਗੁਰੂ ਨਾਨਕ ਦੇਵ ਮਹਾਰਾਜ। ਤੇ ਸਾਧ ਸੰਗਤ ਜੀ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਪਹਿਲੀ ਉਦਾਸੀ ਜਾਣ ਲੱਗੇ, ਬੇਬੇ ਨਾਨਕੀ ਕਹਿੰਦੀ ਹੈ ਗੁਰੂ ਨਾਨਕ ਦੇਵ ਮਹਾਰਾਜ ਨੂੰ, ਵੀਰ ਜੀ ਤੁਸੀਂ ਘਰ ਹੀ ਰਹੋ, ਘਰ ਰਹਿ ਕੇ ਵੀ ਭਗਤੀ ਕਰ ਸਕਦੇ। ਜਿਵੇਂ ਇੱਥੇ ਸਵੇਰੇ ਉੱਠ ਕੇ 2 ਵਜੇ 2:30 ਵਜੇ ਤੁਸੀਂ ਵੇਈ ਨਦੀ ਵਿੱਚ ਚੁੱਭਾ ਮਾਰਦੇ ਜਾਂਦੇ, ਇਸ਼ਨਾਨ ਕਰਦੇ, ਭਗਤੀ ਕਰਦੇ, ਉਵੇਂ ਕਰ ਸਕਦੇ। ਬੇਬੇ ਨਾਨਕੀ ਸਾਧ ਸੰਗਤ ਜੀ, ਜੋ ਵੇਈ ਨਦੀ ਵਿੱਚ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਚੁੱਭਾ ਮਾਰ ਗਏ, ਉਦੋਂ ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ। ਡੁੱਬ ਗਿਆ, ਹਿਸਾਬ ਕਿਤਾਬ ਦੇਣ ਦਾ ਮਾਰਾ, ਉੱਥੇ ਘਾਟਾ ਪੈਣਾ। ਆਹ ਦੁਨੀਆ ਇਹਨਾਂ ਦੇ ਮੂੰਹ ਨਹੀਂ, ਆਪਣੇ ਘਰ ਨਹੀਂ ਸੰਭਾਲੇ ਜਾਂਦੇ, ਗੱਲਾਂ ਕਰਨ ਲੱਗ ਜਾਂਦੇ ਦੂਜਿਆਂ ਦੇ ਘਰਾਂ ਦੀਆਂ। ਆਪਣੇ ਵੀ ਮੜਾ ਜਿਹਾ ਝਾਤੀ ਮਾਰ ਲਿਆ ਕਰੋ ਨਾ, ਮੂੰਹ ਖੁੱਲ ਜਾਂਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਬਾਰੇ ਗੱਲਾਂ ਕਰਦੇ। ਬੇਬੇ ਨਾਨਕੀ ਕਹਿੰਦੀ, ਉਹ ਡੁੱਬਿਆ ਨਹੀਂ, ਉਹ ਤਾਰਦਾ, ਤਾਰਨ ਵਾਲਾ ਹੈ ਉਹ ਤਾਂ ਡੁੱਬਿਆ ਹੋਇਆਂ ਨੂੰ ਤਾਰੇਗਾ। ਮੇਰਾ ਵੀਰ ਹੈ ਗੁਰੂ ਨਾਨਕ। ਫਿਰ ਆਏ ਸੀ ਨਾ ਬਾਬਾ ਪੈਦਾ ਸੱਚਖੰਡ ਨਾਨਕ ਦੇ ਨਾਮ ਗਰੀਬੀ ਪਾਈ, ਸੰਸਾਰ ਦੇ ਭਲੇ ਵਾਸਤੇ ਮੂਲ ਮੰਤਰ ਲੈ ਕੇ ਆਏ। ਬੇਬੇ ਨਾਨਕੀ ਕਹਿੰਦੀ ਹੈ, ਵੀਰਾ ਘਰ ਰਹੋ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਨਹੀਂ ਬੇਬੇ, ਤੇਰਾ ਪਿਆਰ ਸਾਡੇ ਨਾਲ ਬੜਾ ਜ਼ਿਆਦਾ ਹੈ, ਤੂੰ ਸਾਡੇ ਵਾਸਤੇ ਸਤਿਕਾਰਯੋਗ ਹੈ, ਸਭ ਤੋਂ ਜ਼ਿਆਦਾ ਪਿਆਰ ਸਾਡਾ ਤੇਰੇ ਨਾਲ ਹੈ, ਉੱਚ ਕੋਟੀ ਦਾ ਪ੍ਰੇਮ ਤੇਰੇ ਨਾਲ ਹੈ ਸਾਡਾ। ਹਾਂ, ਜਦੋਂ ਵੀ ਤੂੰ ਮਨ ਵਿੱਚ ਤਾਂਘ ਕਰੇਂਗੀ ਸਾਡੇ ਪ੍ਰਤੀ, ਬਿਨਾਂ ਬੋਲਣ ਤੋਂ ਅਸੀਂ ਤੇਰੇ ਕੋਲ ਆ ਜਾਵਾਂਗੇ। ਬੋਲਣਾ ਨਹੀਂ ਤੈਨੂੰ ਪਏਗਾ, ਹਜੇ ਮਨ ਵਿੱਚ ਤੇਰਾ ਫੁਰਨਾ ਹੋਏਗਾ, ਉਦੋਂ ਹੀ ਅਸੀਂ ਤੇਰੇ ਕੋਲ ਆ ਜਾਵਾਂਗੇ। ਪਹਿਲੀ ਉਦਾਸੀ ਏਮਨਾਬਾਦ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਜੀ ਬੇਬੇ ਨਾਨਕੀ ਨੂੰ ਮਿਲੇ।
ਆਪਣੀ ਭੈਣ ਕੋਲ ਆਏ। ਫਿਰ ਦੂਜੀ ਉਦਾਸੀ 1518 ਵਿੱਚ ਇੱਕ ਦਿਨ ਬੇਬੇ ਨਾਨਕੀ ਨੇ ਤਵੇ ਤੇ ਪ੍ਰਸ਼ਾਦਾ ਪਾਇਆ, ਪ੍ਰਸ਼ਾਦਾ ਫੁੱਲ ਗਿਆ। ਜਦੋਂ ਪ੍ਰਸ਼ਾਦਾ ਫੁੱਲ ਗਿਆ, ਕੋਈ ਦਿਨ ਸੀ, ਮੇਰਾ ਵੀਰਾ ਜਗਤ ਦਾ ਮਾਲਕ ਆ ਮੇਰੇ ਕੋਲ ਬੈਠ ਕੇ ਪ੍ਰਸ਼ਾਦਾ ਛਕਦਾ ਸੀ। ਅੱਜ ਮਨ ਵਿੱਚ ਸੋਚ ਰਹੀ ਹੈ, ਜੇ ਕਿਤੇ ਮੇਰਾ ਵੀਰਾ ਮੇਰੇ ਕੋਲ ਹੋਵੇ, ਆਹ ਫੁੱਲਿਆ ਪ੍ਰਸ਼ਾਦਾ ਮੈਂ ਆਪਣੇ ਵੀਰ ਨੂੰ ਛਕਾਵਾਂ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਧ ਸੰਗਤ ਜੀ ਉਸੇ ਵਕਤ ਦਰਵਾਜ਼ਾ ਖੜਕ ਗਿਆ ਬੇਬੇ ਨਾਨਕੀ ਦੇ ਘਰ ਦਾ। ਜਦੋਂ ਬੇਬੇ ਨਾਨਕੀ ਦੇ ਘਰ ਦਾ ਦਰਵਾਜ਼ਾ ਖੜਕਿਆ, ਬੇਬੇ ਨਾਨਕੀ ਨੇ ਵੇਖਿਆ ਵੀਰ ਆ ਗਿਆ। ਉਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਕੋਲ ਬੈਠੇ, ਉਹ ਫੁੱਲਿਆ ਹੋਇਆ ਪ੍ਰਸ਼ਾਦਾ ਗੁਰੂ ਨਾਨਕ ਦੇਵ ਮਹਾਰਾਜ ਨੂੰ ਫੁਲਕਾ ਛਕਾਇਆ। ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਕੁਛ ਦਿਨ ਰਹਿ ਕੇ ਜਾਣ ਲੱਗੇ। ਬੇਬੇ ਨਾਨਕੀ ਨੇ ਹੱਥ ਫੜ ਲਿਆ ਗੁਰੂ ਨਾਨਕ ਦਾ, ਨਹੀਂ ਜਾਣਾ ਨਹੀਂ। ਮਹਾਰਾਜ ਵੀ ਸਮਝ ਗਏ। ਬੇਬੇ ਨਾਨਕੀ ਕਹਿੰਦੀ ਹਜੇ ਹੁਣ ਨਹੀਂ ਜਾਣਾ, ਹਜੇ ਨਹੀਂ ਜਾਣਾ। ਭਾਵੇਂ ਗਏ, 2 ਉਦਾਸੀਆਂ ਹੋ ਰਹਿੰਦੀਆਂ ਸੀ ਮਹਾਰਾਜ ਦੀਆਂ। ਗੁਰੂ ਨਾਨਕ ਦੇਵ ਮਹਾਰਾਜ ਜਦੋਂ ਬਾਂਹ ਫੜੀ, ਗੁਰੂ ਨਾਨਕ ਦੇਵ ਮਹਾਰਾਜ ਠਹਿਰ ਗਏ। ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਦੇ ਹੱਥਾਂ ਦੇ ਵਿੱਚ ਬੇਬੇ ਨਾਨਕੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਬੇਬੇ ਨਾਨਕੀ ਦਾ ਆਪਣੇ ਹੱਥੀਂ ਸੰਸਕਾਰ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਨੇ। ਭੈਣ ਨਾਲ ਪਿਆਰ ਬਹੁਤ ਜ਼ਿਆਦਾ ਸੀ ਗੁਰੂ ਨਾਨਕ ਦੇਵ ਮਹਾਰਾਜ ਦਾ। ਕਿੰਨੀ ਕੁ ਉਹਨਾਂ ਦੇ ਜੀਵਨ ਦੀਆਂ ਵਡਿਆਈਆਂ ਕਰੀਏ ਆਪਾਂ। ਆਪਣੀ ਰਚਨਾ ਛੋਟੀ ਹੈ, ਪਰ ਉਹਨਾਂ ਦਾ ਜਸ ਬੜਾ ਵੱਡਾ ਹੈ। ਆਪਾਂ ਉਹਨਾਂ ਦੇ ਗੁਣ ਹੀ ਨਹੀਂ ਬਿਆਨ ਕਰ ਸਕਦੇ। ਬੇਬੇ ਨਾਨਕੀ ਐਸੀ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਦੀ ਥਾਂ ਇਤਿਹਾਸ ਵਿੱਚ ਕੋਈ ਵੀ ਨਹੀਂ ਲੈ ਸਕਦਾ। ਸਾਧ ਸੰਗਤ ਜੀ ਦੁਨੀਆ ਆਏਗੀ ਜਾਏਗੀ ਲੱਖਾਂ ਵਰੀ, ਪਰ ਬੇਬੇ ਨਾਨਕੀ ਦਾ ਨਾਂ ਤਾਂ ਸਦਾ ਵਾਸਤੇ ਦੁਨੀਆ ਤੇ ਰਹਿਣਾ ਹੈ, ਸਥਿਰ ਰਹਿਣਾ ਹੈ। ਵੀ ਐਸਾ ਭੈਣ ਭਰਾਵਾਂ ਦਾ ਪਿਆਰ ਸੀ। ਇਸ ਕਰਕੇ ਅੱਜ ਬੇਬੇ ਨਾਨਕੀ ਦਾ ਪ੍ਰਕਾਸ਼ ਦਿਹਾੜਾ, ਤਾਂ ਕਰਕੇ ਆਪਾਂ ਬੇਬੇ ਨਾਨਕੀ ਦੇ ਪ੍ਰਕਾਸ਼ ਦਿਹਾੜੇ ਦੇ ਉਹਨਾਂ ਦੇ ਜੀਵਨ ਦੀਆਂ ਵਿਚਾਰਾਂ ਸੰਗਤ ਜੀ ਨਾਲ ਰਲ ਮਿਲ ਕੇ ਸਾਂਝੀਆਂ ਕੀਤੀਆਂ ਨੇ। ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪ੍ਰੇਮ ਦਾ ਸਬੂਤ ਦਿੱਤਾ। ਸਾਰੀ ਸੰਗਤ ਨੂੰ ਬੇਬੇ ਨਾਨਕੀ ਜੀ ਦੀ ਪ੍ਰਕਾਸ਼ ਦਿਹਾੜੇ ਦੀਆਂ, ਜਨਮ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ। ਸੋ ਆਓ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।